ਵੇਖੋ ਜੀ ਭਾਜੀ ਗੱਲ ਐਂ ਜੇ ਉਹ ਕਿੱਲੇ ਉਤੇ ਮਾਝੇ ਤੇ ਬਾਹਰ ਰਾਜੇ। ਵੇਖੋ ਬਾਹਰ ਖੁੱਲਾ ਮਾਲ ਪਾਇਆ, ਡੰਗਰ ਆਪਣੀ ਮਰਜ਼ੀ ਨਾਲ ਖਾਂਦਾ ਪੀਂਦਾ ਆਜ਼ਾਦ। ਕਿੱਲੇ ਤੇ ਸਮਝ ਲਓ ਜਿਵੇਂ ਬੰਦਾ ਕੈਦ ਚ ਹੋਇਆ, ਮੱਝ ਵੀ ਕੈਦ ਚ ਹੋ ਗਈ। ਸਹੀ ਹੈ। ਉਹ ਵੀ ਸਾਰੀ ਦਿਹਾੜੀ ਕਿੱਲੇ ਤੇ ਫਿਰਦੀ ਰਹਿੰਦੀ ਹੈ ਤੇ ਖੁੱਲਾ ਡੰਗਰ, ਬੰਦਾ ਵੀ ਆਜ਼ਾਦ ਤੇ ਮੱਝ ਵੀ ਆਜ਼ਾਦ। ਜ਼ਿੰਦਾਬਾਦ ਜ਼ਿੰਦਾਬਾਦ। ਅੱਛਾ ਚਾਂਦ ਭਾਈ, ਇਹ ਤੁਹਾਨੂੰ ਦੱਸੋ ਕਿ ਇਹ ਜਿਹੜਾ ਤੁਸੀਂ ਪਾਵਾ ਇਹਦੇ ਪਾਇਆ ਬੜੀ ਯੂਨੀਕ ਚੀਜ਼ ਹੈ। ਇੱਕ ਤੇ ਮਾਸ਼ਾਅੱਲਾ ਜਾਨਵਰ ਬਹੁਤ ਖੂਬਸੂਰਤ ਹੈ, ਦੂਸਰਾ ਪਾਵਾ ਪਾਉਣ ਦਾ ਕੀ ਇਹਦਾ ਫਾਇਦਾ ਹੈ? ਇਹ ਬਹੁਤ ਜੀ ਡੰਗਰਾਂ ਦੇ ਵਿੱਚੋਂ ਦੀ ਨਸ ਜਾਂਦਾ ਹੈ। ਅੱਛਾ। ਦੂਰ ਜਿੱਥੇ ਕਿਤੇ ਡੰਗਰ ਕਿਸੇ ਦੇ ਵੇਖਿਆ ਜਾਂ ਕਿਸੇ ਦਾ ਸੰਡਾ ਵੇਖਿਆ ਲੜਨ ਵਾਸਤੇ, ਉਹਦੇ ਨਾਲ ਡੰਗਰਾਂ ਦੇ ਵਿੱਚੋਂ ਦੌੜ ਲਾਈ ਜਾਂਦਾ। ਅੱਛਾ। ਪਾਇਆ ਤਾਂ ਜਦੋਂ ਦੌੜਦਾ ਫਿਰ ਲੱਤਾਂ ਨਾਲ ਵੱਜਦਾ, ਪਰ ਜਿੰਨੀ ਇਹਦੇ ਚ ਜਾਨ ਹੈ ਇਹਦੇ ਅਸ ਪਾਵੇ ਦਾ ਵੀ ਇਹਨੂੰ ਕੋਈ ਅਸਰ ਨਹੀਂ। ਇਹਦਾ ਥੋੜਾ ਜਿਹਾ ਮੂੰਹ ਥੱਲੇ ਨੂੰ ਕਰਿਓ ਤਾਂ ਕਿ ਸਾਡੇ ਨਾਜ਼ਰੀਨ ਵੇਖਣ। ਥੋੜਾ ਜਿਹਾ ਥੱਲੇ ਨੂੰ ਕਰਿਓ ਅਗਰ ਕਰਦਾ ਤੇ ਕਿਸੇ ਤਰੀਕੇ। ਨਾਜ਼ਰੀਨ ਵੇਖੋ ਮਾਸ਼ਾਅੱਲਾ ਸੋਹਣਾ ਜਾਨਵਰ ਹੈ, ਅੱਲਾ ਨਜ਼ਰੇ-ਬਾਦ ਤੋਂ ਬਚਾਏ। ਇਹ ਚਾਂਦ ਭਾਈ ਦੀ ਮਿਹਨਤ ਹੈ। ਚਾਂਦ ਭਾਈ ਵਾਲੇਕੁਮ ਸਲਾਮ ਜੀ। ਕੀ ਨਾਂ ਹੈ ਜੀ ਮੇਰੇ ਵੀਰ ਦਾ? ਮੇਰਾ ਨਾਂ ਜਨਾਬ ਚਾਂਦ ਗੁੱਜਰ ਜੀ। ਚਾਂਦ ਗੁੱਜਰ ਮਾਸ਼ਾਅੱਲਾ। ਹਾਂਜੀ। ਤੇ ਸਰ ਇਲਾਕਾ ਕਿਹੜਾ, ਕਿਹੜੀ ਜਗ੍ਹਾ ਹੈ? ਇਲਾਕਾ ਸਰ ਗੋਕੀ ਜੇ, ਗੋਕੀ ਸਿਆਲਕੋਟ। ਉੱਗਾ ਕੀ ਸਿਆਲਕੋਟ। ਤੇ ਮਾਸ਼ਾਅੱਲਾ ਚਾਂਦ ਗੁੱਜਰ ਸਾਹਿਬ ਕਿੰਨੀ ਦੇਰ ਹੋ ਗਈ ਤੁਹਾਨੂੰ ਡੰਗਰ ਰੱਖਦੇ ਆ? ਸਾਨੂੰ ਤੇ ਭਾਈ ਜਾਣਾ ਸਾਡੀਆਂ ਕੋਈ ਚੌਥੀ ਨਸਲ ਚ ਜਿਹੜੀ ਇਸ ਕੰਮ ਦੇ ਵਿੱਚ ਜੇ ਜੱਦੀ ਪੁਸ਼ਤੀ ਕੰਮ ਹੈ ਸਾਡਾ। ਠੀਕ ਹੋ ਗਿਆ। ਹਾਂਜੀ। ਤੇ ਅੱਜ ਗੱਲਾਂ ਖੁੱਲ ਡੁੱਲ ਕੇ ਕਰਨੀਆਂ ਜੇ, ਝਗੜਾ ਨਹੀਂ ਜੇ। ਕੋਈ ਗੱਲ ਨਹੀਂ ਜਨਾਬ। ਵੱਟ ਕੱਢਨੇ ਜੇ ਅੱਜ। ਕੋਈ ਗੱਲ ਨਹੀਂ। ਕਿਸ ਤਰ੍ਹਾਂ ਦਾ ਕੰਮ ਕਹੋਗੇ ਡੰਗਰਾਂ ਦੇ ਕੰਮ ਨੂੰ? ਡੰਗਰਾਂ ਦਾ ਕੰਮ ਜਨਾਬ ਬਿਹਤਰੀਨ ਹੈ, ਕੋਈ ਟੈਨਸ਼ਨ ਨਹੀਂ, ਸਕੂਨ ਦੇ ਨਾਲ ਈਜ਼ੀ ਹੋ ਕੇ ਕੰਮ ਹੁੰਦਾ। ਜਦੋਂ ਤੇ ਮੱਝਾਂ ਦੁੱਧ ਦਿੰਦੀਆਂ ਨੇ ਖੁੱਲਾ, ਉਦੋਂ ਤੇ ਲੋਕ ਬੜੀ ਵਾਵਾ ਕਰਦੇ ਨੇ। ਤੇ ਜਦੋਂ ਮੱਝਾਂ ਦੁੱਧ ਘਟਾਈ ਜਾਂਦੀਆਂ ਨੇ ਤੇ ਫਿਰ ਸਿਰ ਤੇ ਬਾਹਾਂ ਰੱਖ ਕੇ ਰੋਂਦੇ ਨੇ, ਉਸ ਬਾਰੇ ਤੁਸੀਂ ਕੀ ਕਹੋਗੇ? ਨਹੀਂ ਭਾਣੇ ਵੇਖੋ ਇਹ ਕੁਦਰਤੀ ਨਿਜ਼ਾਮ ਹੈ। ਅੱਛਾ। ਆਸਤਾ ਆਸਤਾ ਫਿਰ ਸੁੱਕਦੀਆਂ ਵੀ ਸੁੰਦੀਆਂ ਵੀ ਸਾਰਾ ਕੰਮ ਨਾਲ ਨਾਲ ਹੀ ਚੱਲਦਾ। ਲੇਕਿਨ ਇਹ ਵੇ ਗੱਲਾਂ ਦਾ ਨਿਜ਼ਾਮ ਹੈ, ਦੁੱਧ ਸ਼ੁੱਧ ਪਿਆ ਹੀ ਰਲਦਾ ਹੀ ਰਹਿੰਦਾ। ਮਾਲ ਨੂੰ ਕੁਝ ਪਾਇਆ ਹੋਏ ਨਾ ਜੀ, ਮਾਲ ਖਾਂਦਾ ਪੀਂਦਾ ਰਹੇ ਤੇ ਬੰਦੇ ਦਾ ਗੁਜ਼ਾਰਾ ਪਿਆ ਕਰਾਂਦਾ। ਮਾਸ਼ਾਅੱਲਾ ਕੋਈ ਪਰੇਸ਼ਾਨੀ ਨਹੀਂ ਹੁੰਦੀ। ਸੋ ਕਿ ਜਿਹੜਾ ਤੁਸੀਂ ਪਾਵਾ ਇਹਦੇ ਪਾਇਆ ਹੈ ਬੜੀ ਯੂਨੀਕ ਚੀਜ਼ ਹੈ। ਇੱਕ ਤੇ ਮਾਸ਼ਾਅੱਲਾ ਜਾਨਵਰ ਬਹੁਤ ਖੂਬਸੂਰਤ ਹੈ, ਦੂਸਰਾ ਪਾਵਾ ਪਾਉਣ ਦਾ ਕੀ ਇਹਦਾ ਫਾਇਦਾ ਹੈ? ਇਹ ਬਹੁਤ ਜੀ ਡੰਗਰਾਂ ਦੇ ਵਿੱਚੋਂ ਦੀ ਨਸ ਜਾਂਦਾ ਹੈ। ਅੱਛਾ। ਦੂਰ ਜਿੱਥੇ ਕਿਤੇ ਡੰਗਰ ਕਿਸੇ ਦੇ ਵੇਖਿਆ ਜਾਂ ਕਿਸੇ ਦਾ ਸੰਡਾ ਵੇਖਿਆ ਲੜਨ ਵਾਸਤੇ, ਉਹਦੇ ਨਾਲ ਡੰਗਰਾਂ ਦੇ ਵਿੱਚੋਂ ਦੌੜ ਲਾਈ ਜਾਂਦਾ। ਅੱਛਾ। ਪਾਇਆ ਤਾਂ ਜਦੋਂ ਦੌੜਦਾ ਫਿਰ ਲੱਤਾਂ ਨਾਲ ਵੱਜਦਾ, ਪਰ ਜਿੰਨੀ ਇਹਦੇ ਚ ਜਾਨ ਹੈ ਇਹਦੇ ਅਸ ਪਾਵੇ ਦਾ ਵੀ ਇਹਨੂੰ ਕੋਈ ਅਸਰ ਨਹੀਂ। ਇਹਦਾ ਥੋੜਾ ਜਿਹਾ ਮੂੰਹ ਥੱਲੇ ਨੂੰ ਕਰਿਓ ਤਾਂ ਕਿ ਸਾਡੇ ਨਾਜ਼ਰੀਨ ਵੇਖਣ। ਥੋੜਾ ਜਿਹਾ ਥੱਲੇ ਨੂੰ ਕਰਿਓ ਅਗਰ ਕਰਦਾ ਤੇ ਕਿਸੇ ਤਰੀਕੇ। ਨਾਜ਼ਰੀਨ ਵੇਖੋ ਮਾਸ਼ਾਅੱਲਾ ਸੋਹਣਾ ਜਾਨਵਰ ਹੈ, ਅੱਲਾ ਨਜ਼ਰੇ-ਬਾਦ ਤੋਂ ਬਚਾਏ। ਇਹ ਚਾਂਦ ਭਾਈ ਦੀ ਮਿਹਨਤ ਹੈ। ਤੇ ਚਾਂਦ ਭਾਈ ਇਹ ਆਪ ਹੀ ਤੁਸੀਂ ਇਹਨਾਂ ਨੂੰ ਤਿਆਰ ਕਰਦੇ ਹੋ? ਇਹ ਭਾਈ ਜੀ ਘਾੜ ਦਾ ਤਿਆਰ ਹੁੰਦਾ ਸਾਡਾ, ਇਹ ਮੁੱਲ ਕਦੀ ਨਹੀਂ ਖਰੀਦਿਆ। ਤੇ ਇਹ ਨਸਲ ਕਿਹੜੀ ਜੇ? ਇਹ ਨਸਲ ਰਾਵੀ ਦੀ ਜੇ। ਰਾਵੀ ਦੀ ਹੈ। ਨੀਲੀ ਦੀ, ਰਾਵੀ ਦੀ। ਅੱਛਾ, ਮਿਕਸ ਹੈ। ਮਿਕਸ। ਤੇ ਕਿੰਨੇ ਚਿਰ ਦਾ ਹੋ ਗਿਆ ਜੇ? ਇਹ ਭਾਂ 6 ਸਾਲ ਦਾ ਹੈ। 6 ਸਾਲ ਦਾ। ਅੱਛਾ, ਕੁਝ ਲੋਕ ਕਹਿੰਦੇ ਨੇ, ਜਰਾ ਗੱਲ ਕਲੀਅਰ ਕਰਿਓ ਕਿ ਬਰੀਡਰ ਜਿਹੜਾ ਵੇ ਕਿਸੇ ਵੀ ਫਾਰਮ ਦੀ ਜਾਨ ਹੁੰਦੀ ਹੈ। ਕੁਝ ਲੋਕ ਕਹਿੰਦੇ ਨੇ ਜੀ ਬਰੀਡਰ ਜਿਹੜਾ ਵੇ ਉਹ ਬਹੁਤ ਪੁਰਾਣਾ ਨਹੀਂ ਰੱਖਣਾ ਚਾਹੀਦਾ, ਤੇ ਉਹ ਜਿਹੜੇ ਵੱਡੇ ਜ਼ਿਆਦਾ ਉਮਰ ਦੇ ਹੁੰਦੇ ਨੇ ਉਹਨੂੰ ਕੱਢ ਛੱਡਦੇ ਨੇ। ਤੁਹਾਡਾ ਕੀ ਜ਼ੇਨ ਹੈ? ਸਾਡਾ ਜ਼ੇਨ ਹੈ ਜੇ ਅਸੀਂ ਤੇ ਇਹ ਕੰਮ ਰੱਖਿਆ ਦਾ ਜੇ ਪਿਛਲਾ ਤਿਆਰ ਹੋ ਗਿਆ ਅਗਲੇ ਨੂੰ ਵੇਚ ਛੜੋ, ਕੋਈ ਟੈਨਸ਼ਨ ਨਹੀਂ, ਜਿੰਨਾ ਚਿਰ ਮਰਜ਼ੀ ਰਵੇ ਕੋਈ ਮਸਲਾ ਹੀ ਨਹੀਂ ਹੁੰਦਾ, ਨਿਜ਼ਾਮ ਪਿਆ ਚੱਲਦਾ। ਅਸੀਂ ਇੱਕ ਬੰਦੇ ਕੋ ਸੁਣਿਆ ਹੀ ਆਂਦਾ ਸੀ ਕਿ ਜਦੋਂ ਬਰੀਡਰ ਫੁੱਲ ਜਵਾਨ ਹੁੰਦਾ ਨਾ 5-7 ਸਾਲਾਂ ਦਾ ਹੁੰਦਾ ਅਸਲ ਉਹ ਬਰੀਡਰ ਫੇਰ ਬਣਦਾ। ਲੋਕੀ ਇੱਥੇ 3-4 ਸਾਲਾਂ ਦਾ ਹੀ ਜਿਹੜਾ ਨਾ ਰੱਖ ਕੇ ਕੱਢ ਛੱਡਦੇ ਨੇ। ਨਹੀਂ ਸਾਨੂੰ ਇਹਦੇ ਕੋਲੋਂ ਜਿਹੜਾ ਨਾ ਮੱਝਾਂ ਦੇ ਜਾ ਲੈਂਦੇ ਆ ਉਂਝ 3-4 ਸਾਲ ਹੋ ਗਏ ਤੇ। ਅੱਛਾ। ਹਾਂ, ਕੋਈ ਮਸਲਾ ਨਹੀਂ। ਯਾਨੀ 3-4 ਸਾਲਾਂ ਤੋਂ ਆਪਣਾ ਜਿਹੜਾ ਨਾ ਪ੍ਰੋਪਰ ਤੁਸੀਂ ਇਹਨੂੰ ਇਸਤੇਮਾਲ ਕਰ ਰਹੇ ਹੋ? ਹਾਂ ਬਿਲਕੁਲ। ਤੇ ਅਗਲਾ ਤਿਆਰ ਹੋਏਗਾ ਫਿਰ ਇਹਨੂੰ ਕੱਢ ਦੋਗੇ? ਫਿਰ ਇਹਨੂੰ ਕੱਢ ਦਿਆਂਗੇ। ਠੀਕ ਹੈ। ਤੇ ਇਹਦੀ ਇਸ ਟਾਈਮ ਮਾਸ਼ਾਅੱਲਾ ਕੀਮਤ ਕਿੰਨੀ ਹੋਏਗੀ? ਇਹ ਤਕਰੀਬਨ ਕੋ 2 ਲੱਖ ਦੇ ਨੇੜੇ ਤੇੜੇ ਜਾਂਦਾ। ਤੇ ਮਾਸ਼ਾਅੱਲਾ ਹਾਥੀ ਜਿਹੜੀ ਧੌਣਿਆ ਦੀ ਕੋਈ ਭਰਾ ਸਾਡਾ ਵੇਖਦਾ ਪਿਆ ਤੇ ਚਾਂਦ ਗੁੱਜਰ ਸਾਡੇ ਸਾਹਮਣੇ ਖਲੋਤਾ ਜਣਾ ਜਵਾਨ, ਗੱਲ ਹੈ ਵੇ ਅਗਰ ਕੋਈ ਲੈਣਾ ਚਾਹੇ ਤਾਂ ਕੀ ਕਹੋਗੇ? 100-200 ਮਿਲਾ ਕੋਈ ਗੱਲ ਨਹੀਂ ਹੈ। ਅੱਛਾ, ਕੀ ਰੇਟ ਲਾਓਗੇ ਉਹਨੂੰ? ਰੇਟ ਕੀ ਲਾਣੇ ਨੇ ਇੱਥੇ? ਅੱਛਾ। ਸਾਡਾ ਤੇ ਵੇਖੋ ਤੁਹਾਨੂੰ ਪਹਿਲਾਂ ਗੱਲ ਦਸੀ ਹੈ ਕਿ ਸਾਡਾ ਪਿਛਲਾ ਡੰਗਰ ਤਿਆਰ ਹੋਈਏ ਤੇ ਫਿਰ ਅਸੀਂ ਅੱਗੋਂ ਵੇਚ ਲੈਣੇ ਆ, ਤੇ ਨਿਜ਼ਾਮ ਹੀ ਰੁਕ ਜਾਂਦਾ। ਨਹੀਂ, ਸ਼ੌਕੀਨ ਲੋਕ ਤਾਂ ਫਿਰ ਜ਼ਾਹਰ ਹੈ ਮਾਲ ਵੇਖ ਕੇ ਤੇ ਉਹਨਾਂ ਦੇ ਮੂੰਹ 'ਚ ਪਾਣੀ ਤੇ ਆਈ ਜਾਂਦਾ। ਨਹੀਂ, ਉਹ ਤੇ ਗੱਲ ਤੁਹਾਡੀ ਠੀਕ ਹੈ, ਫਿਰ ਹਰ ਚੀਜ਼ ਆਪਣੇ ਜ਼ਰੂਰਤ ਦੇ ਹਿਸਾਬ ਨਾਲ ਬੰਦੇ ਨੇ ਰੱਖੀ ਹੁੰਦੀ। ਸਹੀ ਹੋ ਗਿਆ। ਅੱਛਾ, ਮੈਂ ਪੁੱਛ ਰਿਹਾ ਕਿ ਖੁੱਲੇ ਵਿੱਚ ਤੁਹਾਡੇ ਜਾਨਵਰ ਕਿੰਨੀ ਦੇਰ ਤੱਕ ਰਹਿੰਦੇ ਨੇ? ਇਹ ਸਵੇਰੇ ਅਸੀਂ ਜਿਹੜਾ ਨਾ ਕੋਈ 8-9 ਵਜੇ ਦੇ ਨਾਲ ਸਵੇਰ ਕੰਮ ਸ਼ਾਮ ਖਤਮ ਕਰਕੇ ਤਾਲਾ ਛਾਣਾ ਕੱਢ ਕੇ ਖੋਲ ਦਿੰਨੇ ਆ। ਸਹੀ ਹੈ। ਫਿਰ ਹਾਂ ਸ਼ਾਮ ਨੂੰ ਡੰਗਰ ਲੈ ਕੇ ਜਾਣੇ ਨੇ ਵਾਪਸ। ਟੋਕੇ ਸ਼ੋਕੇ ਵਾਲਾ ਕੰਮ ਆਹ ਕੋਈ ਨਹੀਂ ਰੱਖਿਆ ਦਾ। ਆਹ ਬਸ ਸਬੂਤੇ ਹੀ ਇੰਜ ਪੱਠੇ ਲਿਆਣੇ ਨੇ, ਸੁੱਟ ਛੱਡਨੇ ਨੇ, ਖਾ ਲੈਣਾ। ਸਹੀ ਹੈ। ਇੰਜ ਹੀ ਖੜ ਕੇ ਤੇ ਫਿਰ ਜਾ ਕੇ ਬਾਂਹ ਛੱਡਣਾ। ਕੁਤਰਨ ਵਾਲਾ ਕੰਮ ਨਹੀਂ ਅਸੀਂ ਰੱਖਿਆ ਦਾ। ਜੀ ਜੀ। ਇੰਜ ਹੀ ਸਾਫ ਤੇ ਪੱਠੇ
ਜਾਨਵਰ ਨੂੰ ਹਜ਼ਮ ਹੋ ਜਾਂਦੇ ਨੇ ਆਸਾਨੀ ਨਾਲ? ਕੋਈ ਮਸਲਾ ਨਹੀਂ, ਮੈਂ ਕਹਿੰਦਾ ਬਿਲਕੁਲ ਬਰੀਕ ਹੋ ਕੇ ਇਹਨਾਂ ਦੇ ਅੰਦਰ ਟੁੱਟ ਜਾਣੇ। ਤੇ ਕੀ ਇਹਨਾਂ ਨੂੰ ਪਾਉਂਦੇ ਇਹ ਤੇ ਫਿਰ ਸਟਲ ਹੈ, ਚੜੀਆਂ ਮਕਈਆਂ ਬੜੇ ਬੜੇ ਟਾਂਡੇ ਹੁੰਦੇ ਨੇ ਉਹਨਾਂ ਦੇ। ਅੱਛਾ, ਇਹਨਾਂ ਨੂੰ ਕੋਈ ਮਸਲਾ ਨਹੀਂ ਹੁੰਦਾ, ਕਮਾਦ ਇੰਜ ਹੀ ਦਾਲ ਛੱਡਦੀਆਂ ਨੇ। ਨਾਲ ਕੋਈ ਇਜ਼ਾਫੀ ਮਸਾਲਾ ਮਸੂਲਾ ਖਵਾਉਂਦੇ ਹੋ? ਆਹਾਂ ਭਾਜੀ ਅੱਜ ਤੱਕ ਮਜਾ ਨੂੰ ਕੋਈ ਮਸਾਲਾ ਨਹੀਂ ਦਿੱਤਾ ਤੇ ਕੋਈ ਪਰੇਸ਼ਾਨੀ ਵੀ ਨਹੀਂ ਬਣੀ। ਓਏ ਜ਼ਿੰਦਾਬਾਦ ਜਾਂ ਜ਼ਿੰਦਾਬਾਦ। ਫਿਰ ਤੁਸੀਂ ਫੇਰਦੇ ਹੋ ਤੇ ਇਹਨਾਂ ਦੀ ਵਰਦਸ਼ ਹੋ ਜਾਂਦੀ ਹੈ? ਇਹ ਵੀ ਗੱਲ ਹੈ, ਵੇਖੋ ਕਿਲੇ ਦਾ ਜਿਹੜਾ ਡੰਗਰ ਹੁੰਦਾ ਨਾ, ਉਹਦਾ ਜਿਸਮ ਲਮਕਿਆ ਹੁੰਦਾ, ਤੇ ਫਿਰਨ ਟੁਰਨ ਵਾਲਾ ਮਾਲ ਵਜੂਦ ਘੁੱਟਿਆ ਰਹਿੰਦਾ ਇਹਨਾਂ ਦਾ। ਹਾਂ, ਇਹ ਇੱਕ ਵਜ੍ਹਾ ਹੋ ਸਕਦੀ ਫਰਕ ਨਜ਼ਰ ਵੀ ਆਇਆ। ਜਿਹੜੇ ਕਿੱਲੇ ਦੇ ਬਣ ਕੇ ਪਾਉਂਦੇ ਕਿਲੇ ਦਾ ਡੰਗਰ ਹੈ ਨਾ, ਉਹ ਮਿਸਾਲ ਤੌਰ ਤੇ ਖੁੱਲ ਕੇ ਸੜਕ ਤੇ ਆਏਗਾ ਨਾ, ਗੱਡੀਆਂ ਕੋਲੋਂ ਡਰੇਗਾ, ਬੰਦਿਆਂ ਕੋਲ ਡਰੇਗਾ। ਜੀ ਜੀ। ਇਹ ਡੰਗਰਾਂ ਨੂੰ ਭਾਵੇਂ ਕਿਸੇ ਮੇਲੇ 'ਚ ਵੀ ਲਾਈਏ ਉਹਨਾਂ ਤੇ ਇਹਨਾਂ ਨੂੰ ਪਰਵਾਹ ਕੋਈ ਨਹੀਂ, ਇਹਨਾਂ ਆਪਣਾ ਜਿਹੜਾ ਕੰਮ ਕਰਨਾ ਉਹੀ ਕੰਮ ਕਰਨਾ। ਤੇ ਸਿਰਫ ਕੋਈ ਮਹਿਸੂਸ ਜਗ੍ਹਾ ਰੱਖੀ ਹੈ ਜਿੱਥੇ ਤੁਹਾਨੂੰ ਜਗ੍ਹਾ ਲੱਭ ਜੇ ਤੁਸੀਂ ਇਹਨੂੰ ਧੁੱਪ ਛਪ ਲਵਾ ਲੈਂਦੇ? ਕੋਈ ਮਸਲਾ ਨਹੀਂ, ਹੁਣ ਜਿਸ ਤਰ੍ਹਾਂ ਹੁਣ ਸਰਦੀਆਂ ਨੇ ਜੀ, ਜਿੱਥੇ ਵੇਖਿਆ ਠੀਕ ਹੈ ਸਾਫ਼ ਖਾਲੀ ਜਗ੍ਹਾ ਹੈ, ਉੱਥੇ ਇਹਨਾਂ ਨੂੰ ਪੱਠੇ ਛੱਟੇ ਪਾ ਲਏ। ਜਦੋਂ ਆਪਣਾ ਸ਼ਾਮ ਦਾ ਟਾਈਮ ਹੋਇਆ ਤੇ ਡੇਰੇ ਵਾਪਸ ਲੈ ਕੇ। ਸਹੀ ਹੈ। ਇਹਦੇ ਨਾਲ ਡੇਰੇ ਦੀ ਜਗ੍ਹਾ ਵੀ ਖੁਸ਼ਕ ਹੋ ਜਾਂਦੀ ਹੈ। ਹਾਂ ਬਿਲਕੁਲ, ਡੇਰਾ ਸਾਫ਼ ਵੀ ਰਹਿੰਦਾ। ਤੇ ਅਗਰ ਇੰਜ ਡੰਗਰ ਰੱਖੇ ਹੋਣ, ਖੁੱਲੇ ਪੱਠੇ ਪਾਣੇ ਹੋਣ ਔਰ ਜਗ੍ਹਾ ਖੁੱਲੀ ਰੱਖੇ ਹੋਣ, ਖੁੱਲੇ ਡੰਗਰ, ਤੇ ਫਿਰ ਮੁਲਾਜ਼ਮ ਵੀ ਘੱਟ ਰੱਖਣੇ ਪੈਂਦੇ ਨੇ? ਬਿਲਕੁਲ ਇੰਜੀ ਗੱਲ ਹੈ। ਇਹ ਕੱਲਾ ਬੰਦਾ ਇਹਨਾਂ ਕੰਮ ਚਲਾ ਲੈਂਦਾ, ਸਿਰਫ ਧਾੜਾਂ ਲਈ ਬੰਦੇ ਦੀ ਇੱਕ ਦੀ ਲੋੜ ਵੱਧ ਪਈ ਜਾਂਦੀ ਹੈ। ਅੱਛਾ। ਬਾਕੀ ਇਸ ਤਰ੍ਹਾਂ ਪੱਠੇ ਵੱਢ ਕੇ ਲਿਆ ਕੇ ਅੱਗੇ ਸੁੱਟ ਛੱਡੇ ਤੇ ਨਾ ਖਾ ਹੜੇ। ਤੇ ਛੋਟੇ ਜਾਵਾਂ ਦਾ ਵੀ ਕਰਦੇ, ਉਹਨਾਂ ਨੂੰ ਵੀ ਨਾਲ ਹੀ ਲਾਉਂਦੇ? ਉਹਨਾਂ ਨੂੰ ਜਿਵੇਂ ਇਹਨਾਂ ਨੂੰ ਇੱਥੇ ਸੁੱਟਿਆ ਜੀ, ਰੇੜਾ ਖੜ ਕੇ ਉਹ ਖੁਰਲੀ ਚ ਉਹਨਾਂ ਨੂੰ ਵੀ ਸੁੱਟ ਕੇ ਉੱਤੇ ਬੰਨ ਛੱਡੇ। ਸਹੀ ਹੋ ਗਿਆ। ਤੇ ਇਸ ਤਰ੍ਹਾਂ ਮਿਹਨਤ ਵੀ ਘਟ ਜਾਂਦੀ ਹੈ, ਲੇਬਰ ਵੀ ਘਟ ਜਾਂਦੀ ਹੈ। ਭਾਈ ਜੀ ਵੇਖੋ, ਮੈਂ ਆਪ ਹੀ ਕੱਲਿਆ ਮੈਂ ਕੰਮ ਕਰਨ ਨਾਲ, ਬਸ ਮੈਂ ਸਿਰਫ ਇੱਕ ਮੁਲਾਜ਼ਮ ਰੱਖਿਆ था। ਠੀਕ ਹੋ ਗਿਆ। ਤੇ ਮਾਸ਼ਾਅੱਲਾ 2 ਬੰਦੇ ਕਿੰਨੇ ਜਾਨਵਰਾਂ ਨੂੰ ਮੈਨੇਜ ਕਰ ਰਹੇ ਹੋ? ਹੁਣ ਵੇਖੋ ਇਹ 10-15 ਮੱਝਾਂ ਨੇ, ਠੀਕ ਹੈ, 8-10 ਸਾਡੇ ਕੋਲ ਗਾਈਆਂ ਵੀ ਨੇ। ਉਹ ਇੱਕ ਹੋਰ ਜਗ੍ਹਾ ਬੱਜੀਆਂ ਦੀਆਂ ਨੇ, ਉਹਨਾਂ ਨੂੰ ਉੱਥੇ ਹੀ ਡੇਰੇ ਤੇ ਜਿਹੜਾ ਨਾ ਖੁਰਦੇ ਦੇ ਪੱਠੇ ਛੱਡੇ ਪਹਾੜੀ ਤੇ ਨੇ। ਠੀਕ ਹੈ। ਤੇ ਸਕੂਨ ਦੇ ਨਾਲ ਜਿਹੜਾ ਨਾ ਕੋਈ 25-30 ਡੰਗਰ ਜਿਹੜੇ ਨੇ ਨਾ, ਅਸੀਂ 2 ਬੰਦੇ ਸਕੂਨ ਨਾਲ ਕੰਮ ਕਰ ਦਿੰਦੇ ਹਾਂ। ਸਹੀ ਹੋ ਗਿਆ। ਤੇ ਦੁੱਧ ਮਾਸ਼ਾਅੱਲਾ ਕਿੰਨਾ ਲੈ ਰਹੇ ਹੋ ਉਹਨਾਂ ਕੋਲ ਹੁਣ? ਦੁੱਧ ਵੇਖੋ ਹੁਣ ਅੱਜ ਕੱਲ ਜਿਹੜਾ ਨਾ ਮੱਝਾਂ ਸਾਰੀਆਂ ਸੂਈਆਂ ਦੀਆਂ ਨੇ, ਤਕਰੀਬਨ 100 ਕਿਲੋ 3 ਮਣ ਦੁੱਧ ਜਿਹੜਾ ਨਾ। ਅੱਛਾ, ਮਾਸ਼ਾਅੱਲਾ ਦੇ ਨਾਲ ਹੋਈਆਂ। ਠੀਕ ਹੈ। ਦੋਵਾਂ ਟਾਈਮਾਂ ਦੱਸ ਦਿਓ। ਦੋਵਾਂ ਟਾਈਮਾਂ। ਤੇ ਇੱਥੇ ਕੀ ਰੇਟ ਮਿਲਦਾ ਤੁਹਾਨੂੰ ਦੁੱਧ ਦਾ? ਇੱਥੇ ਭਾਜੀ 100 ਰੁਪਏ ਰੇਟ। 100 ਰੁਪਿਆ? ਹਾਂ। ਤੇ ਯਾਨੀ ਕਿ ਤੁਹਾਡਾ ਡੇਲੀ ਦਾ ਕਿੰਨੇ ਪੈਸੇ ਹੋ ਗਏ ਤੁਹਾਡੇ? ਡੇਲੀ ਦੇ ਭਾਣ ਵੇਖੋ 8-9-10 ਹਜ਼ਾਰ ਬਣ ਜਾਂਦਾ। ਸਹੀ ਹੋ ਗਿਆ। ਉਹਦੇ 'ਚ ਤੁਹਾਡਾ ਕਿੰਨਾ ਖਰਚਾ ਆਈ ਜਾਂਦਾ ਇਹਨਾਂ ਤੇ? ਖਰਚਾ ਭਾਣ ਇਹਨਾਂ ਤੇ ਜਿਹੜਾ ਨਾ, ਬੰਦੇ ਦਾ ਵੀ ਖਰਚਾ, ਮਾਲ ਦਾ ਵੀ ਖਰਚਾ, ਪੱਠੇ ਵੰਡਾ ਛੰਡਾ ਮਾਲ ਮਟੀਰੀਅਲ ਜਿਹੜਾ ਡੰਗਰਾਂ ਦਾ ਨਾ ਜੀ, ਇਹ ਵੰਡੇ ਛੰਡੇ ਜਿਹੜੇ ਨੇ ਉਹਨਾਂ ਦੇ ਰੇਟ ਵਾਵਾ ਹੀ ਹੋ ਗਏ ਨੇ ਹੁਣ। ਬਿਲਕੁਲ ਇੰਜ ਗੱਲ ਵਾਵਾ ਹੀ ਹੋ ਗਏ ਨੇ। ਇਹ ਜਿਹੜਾ ਨਾ ਇਹ 8-8.5 ਹਜ਼ਾਰ ਤੇ ਇਹ ਹੀ ਕੰਮ ਟੁੱਟ ਜਾਂਦਾ, ਕਿਉਂਕਿ 300 ਤੋਂ ਮਣ ਪੱਠੇ ਨੇ। ਠੀਕ ਹੈ। 300 ਤੋਂ ਮਣ ਪੱਠੇ ਨੇ। ਪੱਠੇ ਜਿਹੜੇ ਨਾ ਤਕਰੀਬਨ ਐਨੇ ਮਾਲ ਨੂੰ 20 ਮਣ ਦੇ ਪੱਠੇ ਚਾਹੀਦੇ ਹੁੰਦੇ ਨੇ। ਸਹੀ ਹੈ। ਠੀਕ ਹੈ। 20 ਮਣ ਪੱਠੇ ਹੋ ਗਏ 6000 ਦੇ। ਉਸ ਤੋਂ ਬਾਅਦ ਇਹਨਾਂ ਦੇ ਵੰਡੇ ਛੰਡੇ ਕੋਈ 2000 ਦਾ, ਕੋਈ 2500 ਦਾ ਵੰਡਾ ਹੋਵੇ ਤੇ ਫੇਰ ਇਹਨਾਂ ਦਾ ਇੱਕ ਦਿਨ ਲੰਘਦਾ। ਅੱਛਾ, ਸਮਝਦੇ? ਮਿਹਨਤ ਦੀ ਗੱਲ ਹੈ ਨਾ, ਮਿਹਨਤ ਕਰੋ ਫਿਰ ਪਿਆ ਕੰਮ ਚੱਲਦਾ। ਯਾਨੀ ਮੱਝ ਜਿਹੜੀ ਉਹ 10 ਕਿਲੋ ਤੋਂ ਉੱਤੇ ਹੀ ਦੁੱਧ ਦੇ ਤੇ ਫਿਰ ਤੁਹਾਨੂੰ ਬਚਤ ਹੈ। ਲੇਕਿਨ ਐਵੇਂ ਨਾ ਮੱਝ ਨੇ ਜਦੋਂ ਸੋਣਾ ਉਦੋਂ ਤੇ ਉਹਨੇ ਆਪਣਾ ਪੂਰਾ ਜ਼ੋਰ ਲਾ ਕੇ ਦੁੱਧ ਦੇਣਾ। ਠੀਕ ਹੈ। ਜੂੰ ਫਿਰ ਵਕਤ ਗੁਜ਼ਰਦਾ ਜਾਣਾ, ਉਹਦਾ ਵੀ ਕੰਮ ਥੱਲੇ ਜਾਂਦਾ ਰਹਿੰਦਾ। ਸਹੀ ਹੋ ਗਿਆ। ਚਾਂਦ ਭਾਈ ਤੁਸੀਂ ਦੱਸ ਰਹੇ ਹੋ ਕਿ 10-12 ਦਾ ਦੁੱਧ ਸੇਲ ਹੁੰਦਾ ਔਰ 8-9 ਹਜ਼ਾਰ ਖਰਚ ਹੋ ਜਾਂਦਾ ਹੈ। ਬਿਲਕੁਲ। ਤੇ ਇਹ ਤੋਂ ਬਾਅਦ ਲੇਬਰ ਕੱਢੀਏ ਤੇ ਇਹ ਤੇ ਬਰਾਬਰ ਹੀ ਕੰਮ ਟੁੱਟ ਜਾਂਦਾ ਹੈ। ਬਸ ਇਹ ਵੀ ਕਿ ਇੱਕ ਕੰਮ ਤੁਹਾਨੂੰ ਦੱਸਿਆ ਜੱਦੀ ਪੁਸ਼ਤੀ ਇਹ ਕਰਨਾ ਪੈਂਦਾ ਹੈ, ਹੋਰ ਜੋ ਆਪਣਾ ਨਿਜ਼ਾਮ ਜੋ ਆਇੰਦਾ ਰੱਖਿਆ ਦਾ। ਇੱਧਰ ਆ ਜਾਓ। ਅੱਛਾ। ਫਿਰ ਕੋਈ ਗੱਲ ਨਹੀਂ, ਇਹ ਵੇ ਕਿ ਅੱਲਾ ਦੀ ਜ਼ਾਤ ਰੋਟੀ ਛੋਟੀ ਪਈ ਦਿੰਦੀ ਹੈ, ਕੋਈ ਪਰੇਸ਼ਾਨੀ ਨਹੀਂ। ਤੇ ਜਿਹੜਾ ਤੁਸੀਂ ਦੁੱਧ ਦੱਸ ਰਹੇ ਹੋ ਉਹਦੇ ਸਿਰਫ ਚ ਮੱਝਾਂ ਦਾ ਦੱਸਿਆ ਜਾਂ ਗਾਈਆਂ ਦਾ ਵੀ? ਨਹੀਂ, ਗਾਈਆਂ ਦਾ ਵੀ ਤੇ ਮੱਝਾਂ ਦਾ ਵੀ। ਮੈਂ ਤੁਹਾਨੂੰ ਦੋਵਾਂ ਗਾਈਆਂ ਦਾ ਜਿਹੜਾ ਨਾ, ਗਾਈਆਂ ਦਾ ਘੁਮਾਂਡੇ ਵੱਧ ਲਾ ਲਓ ਤੁਸੀਂ। ਅੱਛਾ। ਮੱਝਾਂ ਦਾ ਤੁਹਾਨੂੰ ਦੱਸਿਆ 3 ਮਣ ਮੱਝਾਂ ਦਾ ਤੇ 1.5 ਮਣ ਗਾਈਆਂ। ਹਾਂਜੀ, ਉਹ ਲੱਗ ਗਈ ਗੱਲ। ਐ ਵੇ ਅਸੀਂ ਮਾਲ ਖੋਲਣਾ ਹੁੰਦਾ ਬਾੜ। ਠੀਕ ਹੈ। ਐ ਵੇ ਕਿ ਅੱਗੋਂ ਜਦੋਂ ਬਾਰਿਸ਼ਾਂ ਦੇ ਦਿਨ ਆਉਂਦੇ ਨੇ, ਬਾਰਿਸ਼ਾਂ ਦੇ ਦਿਨਾਂ ਚ ਇਹ ਹੁੰਦਾ ਕਿ ਬਾੜ ਜ਼ਮੀਨਾਂ 'ਚ ਘਾਹ ਹੁੰਦਾ, ਚਲੋ ਅਸੀਂ ਦਿਹਾੜੀ ਚਾਰ ਛਾੜ ਕੇ ਆਪਣਾ ਮਾਲ ਨੂੰ ਜਾ ਕੇ ਤੇ ਵਕਤ ਪਾਸ ਹੋ ਜਾਂਦਾ। ਚਲੋ ਕੋ 2-4 ਮਹੀਨੇ ਇੰਜ ਹੋ ਜਾਂਦੇ ਨੇ ਕਿ ਡੰਗਰਾਂ ਵਾਲਿਆਂ ਨੂੰ ਥੋੜੀ ਬਚਤ ਹੋ ਜਾਂਦੀ। ਜਿਹੜਾ ਕੋ ਪੂਰੇ ਸਾਲ ਦਾ ਹੁੰਦਾ ਨਾ ਵਾਧਾ ਘਾਟਾ, ਉਹ ਚਲੋ ਕਲੀਅਰ ਹੋ ਜਾਂਦਾ। ਨਵੇਂ ਦੋਸਤਾਂ ਨੂੰ ਕੀ ਮਸ਼ਵਰਾ ਦਵੋਗੇ ਕਿ ਇਸ ਕੰਮ ਚ ਆਣ ਜਾਂ ਨਾ ਆਣ? ਵੇਖੋ ਇਹ ਤੇ ਆਪਣੇ ਸ਼ੌਕ ਦੀ ਗੱਲ ਏ, ਇੱਕ ਬਾਦਸ਼ਾਹੀ ਕੰਮ ਹੈ। ਅੱਛਾ, ਬਿਲਕੁਲ। ਆਪਣਾ ਕੰਮ ਜਿਹੜਾ ਹੁੰਦਾ ਉਹ ਬਾਦਸ਼ਾਹੀ ਹੁੰਦਾ, ਕਿਉਂਕਿ ਉਹਦੇ ਚ ਨਾ ਕਿਸੇ ਦੀ ਰੋਕ ਟੋਕ ਹੁੰਦੀ ਏ, ਨਾ ਕੋਈ ਮਸਲਾ ਹੁੰਦਾ। ਅੱਛਾ। ਆਪਣੇ ਸ਼ੌਕ ਦੀ ਗੱਲ ਹੈ, ਕੰਮ ਕੋ ਕਰਨਾ ਚਾਹੇ ਤੇ 100 ਬਿਸਮਿਲ੍ਲਾ ਕਰੇ। ਅੱਛਾ। ਬਿਲਕੁਲ। ਮਿਹਨਤ ਹੈ ਵੇ, ਐ ਵੇ ਕਿ ਨਿੱਲ ਬੰਦੇ ਵਾਲਾ ਕੰਮ ਨਹੀਂ, ਸਖਤ ਬੰਦੇ ਦਾ ਕੰਮ ਹੈ, ਮਿਹਨਤ ਹੈ ਇਹਦੇ ਵਿੱਚ। ਠੀਕ ਹੈ, ਸਹੀ ਹੋ। ਤੇ ਇਹ ਜਿਹੜਾ ਕੋਈ ਕਰੋਨਾ ਵਬਾ ਆਈ ਏ, ਇਹਦਾ ਕੋਈ ਅਸਰ ਵੀ ਪਿਆ? ਨਹੀਂ, ਉਹਦਾ ਕੋਈ ਇਹਨਾਂ ਨੂੰ ਮਸਲਾ ਨਹੀਂ ਹੋਇਆ।
ਅੱਛਾ ਕਿਸੇ ਕਿਸਮ ਦਾ ਕੋਈ ਨਹੀਂ ਕਾਰੋਬਾਰ ਤੇ ਦੁੱਧ ਦੀ ਜਿਹੜਾ ਵਿਕਰੀ ਹੈ ਜਿਹੜੀ ਦੁੱਧ ਦਾ ਇਹ ਵੀ ਵਿਕਦਾ ਜਦੋਂ ਕਰੋਨਾ ਹੋਇਆ ਸੀ ਉਹਨਾਂ ਦਿਨਾਂ ਦੇ ਵਿੱਚ ਹੋਇਆ ਕਿ ਹਕੂਮਤਾਂ ਨੇ ਦੁਕਾਨਾਂ ਦਾ ਟਾਈਮ ਟੇਬਲ ਚੇਂਜ ਕੀਤਾ ਤੇ ਉਸ ਹਿਸਾਬ ਦੇ ਨਾਲ ਕੋਈ ਫਰਕ ਪਿਆ। ਲੇਕਿਨ ਦੁੱਧ ਦੀ ਤੇ ਖਪਤ ਉਹੀ ਸੀ ਨਾ, ਦੁੱਧ ਤੇ ਉਹ ਜ਼ਾਹਰ ਦੁੱਧ ਉਸੇ ਤਰ੍ਹਾਂ ਹੀ ਠੀਕ ਹੋ ਗਿਆ, ਉਹਦੇ ਵਿੱਚ ਕੋਈ ਨਹੀਂ ਐਡਾ ਜਿਹੜਾ ਨਾ ਮਸਲਾ ਹੋਇਆ ਕਿ। ਤੇ ਇੱਕ ਅਹਿਮ ਗੱਲ ਦੱਸਿਓ ਕਿ ਤੁਸੀਂ ਇਸ ਟਾਈਮ ਚਾਰਾਂ ਨੂੰ ਇਹ ਪਾ ਰਹੇ ਹੋ ਖੁੱਲਾ ਹੀ ਔਰ ਬਗੈਰ ਕੁਤਰਿਓ। ਬਿਲਕੁਲ ਬਗੈਰ। ਸਿਆਣੇ ਆਂਦੇ ਨੇ ਕਿ ਸਰਦੀਆਂ ਵਿੱਚ ਨਾਲ ਕੋਈ ਸੁੱਕਾ ਵੀ ਪਾਣਾ ਚਾਹੀਦਾ ਹੈ। ਅਸੀਂ ਸਵੇਰ ਦੇ ਟਾਈਮ ਇਹਨਾਂ ਨੂੰ ਪੜਾਲੀ ਪਾਈ ਸੀ ਨਾ, ਅੱਛਾ ਸਮਝਦੇ ਹੋ, ਤੇ ਹੁਣ ਇਸ ਟਾਈਮ ਉਹ ਕੋਈ 2-3 ਦਾ ਟਾਈਮ ਹੋ ਗਿਆ ਹੁਣ ਆ ਪੱਠੇ ਪਾ ਲੈਣੇ। ਠੀਕ ਹੈ, ਤੁਸੀਂ ਦੱਸਿਆ ਕਿ ਤੁਹਾਡੇ ਪੱਠੇ ਅੱਜ ਕੱਲ ਮੁੱਲ ਦੇ ਨੇ ਬਿਲਕੁਲ। ਤੇ ਸਰਦੀਆਂ ਦੇ ਵਿੱਚ ਚੂੰਕਿ ਸਟਾਲਾ ਹੁੰਦਾ ਹੈ, ਸਟਾਲੇ ਦਾ ਦੁੱਧ ਵੀ ਬੜਾ ਹੁੰਦਾ ਹੈ, ਤੇ ਕੀ ਉਹ ਐਵਰੇਜ ਤਾਂ ਨਹੀਂ ਚਲੀ ਜਾਂਦੀ ਦੁੱਧ ਦੀ? ਜੇ ਹਿਸਾਬ ਦੀ ਸਰਦੀ ਹੁੰਦੀ ਹੈ ਨਾ ਜੀ, ਡੰਗਰਾਂ ਦਾ ਲੱਕ ਹੀ ਨਹੀਂ ਗਰਮ ਹੁੰਦਾ, ਅੱਛਾ ਸਮਝਦੇ ਹੋ। ਜਦੋਂ ਸਰਦੀ ਜ਼ਰਾ ਖਤਮ ਹੁੰਦੀ ਹੈ ਨਾ ਫਿਰ ਪੱਠੀਆਂ ਛੱਠਿਆਂ ਦਾ ਵੀ ਅਸਰ ਚੰਗਾ ਹੁੰਦਾ। ਅੱਜ ਕੱਲ ਤੇ ਉਂਝ ਖੂਨ ਹੀ ਰੁਕਿਆ ਹੁੰਦਾ। ਅੱਛਾ, ਜੇ ਹਿਸਾਬ ਦੀ ਸਰਦੀ ਨਾ ਖੂਨ ਹੀ ਰੁਕਿਆ ਹੁੰਦਾ। ਅੱਗੋਂ ਇਹ ਪੋਹ ਦਾ ਮਹੀਨਾ ਹੈ, ਹੋਰ ਕੋਈ 10-15 ਦਿਨ ਕੱਢ ਕੇ ਅੱਗੋਂ ਕੱਕੜ ਪੈਣ ਲੱਗ ਪੈਣੇ ਨੇ। ਹਾਂਜੀ ਗੱਲ। ਤੇ ਕੱਕੜਾਂ ਦੇ ਵਿੱਚ ਤੇ ਉਂਝ ਹੀ ਤੇ ਫਿਰ ਤੁਸੀਂ ਤੁਹਾਡੀ ਆਦਤ ਹੈ ਕਿ ਡੰਗਰਾਂ ਨੂੰ ਖੋਲਣ ਦੀ, ਤੇ ਜਦੋਂ ਬਹੁਤ ਸਰਦੀ ਪੈਂਦੀ ਹੈ ਧੁੰਦਾਂ ਹੁੰਦੀਆਂ ਨੇ ਉਦੋਂ ਫਿਰ ਨਹੀਂ ਕੱਢਦੇ? ਨਹੀਂ ਅਸੀਂ 12 ਮਹੀਨੇ ਡੰਗਰ ਖੋਲਣੇ ਹੁੰਦੇ ਨੇ। ਧੁੰਦਾਂ 'ਚ ਵੀ ਕੱਢਦੇ ਹੋ? ਧੁੰਦ ਹੋਵੇ, ਬੱਦਲ ਹੋਵੇ, ਭਾਵੇਂ 10-10 ਦਿਨ ਝੜੀ ਲੱਗ ਜਾਵੇ, ਸਾਡਾ ਕੰਮ ਹੈ ਇਹ ਕਹਾਂ ਡੰਗਰ ਨੂੰ ਖੋਲਣਾ। ਤੇ ਖੁਦਾ ਨਾ ਸਕੇ ਤੇ ਸਰਦੀ ਲੱਗਣ ਦਾ ਮਸਲਾ ਤੇ ਨਹੀਂ ਹੋਇਆ ਕਦੀ? ਨਹੀਂ ਉਹ ਐਵੇਂ ਨਾ ਦਿਨ ਦੇ ਟਾਈਮ ਚਲੋ ਧੁੱਪ ਛੁੱਪ ਲੱਗ ਜਾਂਦੀ ਹੈ, ਧੁੰਦ ਛੁੰਦ ਆਈ ਟੁੱਟ ਗਈ। ਰਾਤ ਦੇ ਟਾਈਮ ਐਵੇਂ ਨਾ ਡੰਗਰਾਂ ਨੂੰ ਬਰਾਂਡੇ 'ਚ ਬੰਨਿਆ ਹੁੰਦਾ, ਸੇਫ ਹੁੰਦੇ ਨੇ, ਗਰਮ ਹੋ ਜਾਂਦੇ ਨੇ। ਰਾਤ ਦੀ ਹੀਟ ਹੀ ਫਿਰ ਉਹ ਉਸ ਹਿਸਾਬ ਦੀ ਹੁੰਦੀ ਕਿ ਦਿਹਾੜੀ ਫਿਰ ਉਹ ਕੱਢ ਲੈਂਦੇ ਨੇ ਸਕੂਲ ਦੇ ਨਾਲ। ਸਹੀ ਹੋ ਗਿਆ। ਕੋਈ ਅਹਿਮ ਗੱਲ ਜਿਹੜੀ ਅਸੀਂ ਨਹੀਂ ਪੁੱਛ ਸਕੇ ਔਰ ਤੁਸੀਂ ਸਾਡੇ ਦੋਸਤਾਂ ਨੂੰ, ਨਾਜ਼ਰੀਨ ਨੂੰ ਦੱਸਣਾ ਚਾਹੋ ਕਿ ਬਈ ਅਗਰ ਇਹ ਕੰਮ ਕਰਨਾ ਜੇ ਨਾ ਤੇ ਇਹ ਮੇਰੀ ਗੱਲ ਪੱਲੇ ਬੰਨ ਲਓ? ਵੇਖੋ ਜੀ ਭਾਜੀ, ਗੱਲ ਐਂ ਜੇ ਉਹ ਕਿੱਲੇ ਉਤੇ ਮਾਝੇ ਤੇ ਬਾਹਰ ਰਾਜੇ। ਵੇਖੋ ਬਾਹਰ ਖੁੱਲਾ ਮਾਲ ਪਾਇਆ, ਡੰਗਰ ਆਪਣੀ ਮਰਜ਼ੀ ਨਾਲ ਖਾਂਦਾ ਪੀਂਦਾ ਆਜ਼ਾਦ। ਕਿੱਲੇ ਤੇ ਸਮਝ ਲਓ ਜਿਵੇਂ ਬੰਦਾ ਕੈਦ 'ਚ ਹੋਇਆ, ਮੱਝ ਵੀ ਕੈਦ 'ਚ ਹੋ ਗਈ। ਸਹੀ ਹੈ। ਉਹ ਵੀ ਸਾਰੀ ਦਿਹਾੜੀ ਕਿੱਲੇ ਤੇ ਫਿਰਦੀ ਰਹਿੰਦੀ ਹੈ ਤੇ ਖੁੱਲਾ ਡੰਗਰ, ਬੰਦਾ ਵੀ ਆਜ਼ਾਦ ਤੇ ਮੱਝ ਵੀ ਆਜ਼ਾਦ। ਜ਼ਿੰਦਾਬਾਦ ਜ਼ਿੰਦਾਬਾਦ। ਕੀ ਬਾਤ ਹੈ ਚਾਂਦ ਭਾਈ, ਤੁਸੀਂ ਬੜੀਆਂ ਜ਼ਬਰਦਸਤ ਗੱਲਾਂ ਕੀਤੀਆਂ ਨੇ। ਉਮੀਦ ਹੈ ਕਿ ਸਾਡੇ ਨਾਜ਼ਰੀਨ ਤੁਹਾਡੀਆਂ ਗੱਲਾਂ ਪਸੰਦ ਆਉਣਗੀਆਂ। ਬੜੀ ਮਿਹਰਬਾਨੀ।